ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਨਾਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਤਿਨਾਂ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਕੀ ਸਤਿਕਾਰਯੋਗ ਸਾਧ ਸੰਗਤ ਜੀ, ਆਪ ਸੰਗਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੋਦ ਵਿੱਚ ਬੈਠ ਕੇ ਮੇਰੇ ਤੋਂ ਪਹਿਲਾਂ ਰੱਬੀ ਬਾਣੀ ਦਾ ਕੀਰਤਨ ਅਤੇ ਸਤਿਕਾਰਯੋਗ ਛੋਟੀ ਭੈਣ ਵੱਲੋਂ ਗੁਰੂ ਇਤਿਹਾਸ ਦੀ ਇੱਕ ਨਜ਼ਰ ਆਪ ਜੀ ਦੇ ਸਨਮੁਖੋਂ ਰੱਖ ਕੇ ਗਏ ਸਨ। ਬੜੇ ਹੀ ਸੋਹਣੇ ਤਰੀਕੇ ਨਾਲ ਇਤਿਹਾਸ ਰੱਖਿਆ। ਛੋਟੀ ਜੀ ਉਮਰ ਦੇ ਵਿੱਚ ਬੜੇ ਸੋਹਣੇ ਢੰਗ ਨਾਲ ਸਟੇਜ ਤੇ ਬੋਲਣਾ ਕੋਈ ਛੋਟੀ ਗੱਲ ਨਹੀਂ ਹੈ। ਇਹ ਪਰਮੇਸ਼ਵਰ ਦੀ ਕਿਰਪਾ ਹੈ ਤੇ ਮੈਂ ਅਰਦਾਸ ਕਰਾਂਗਾ ਸਤਿਗੁਰੂ ਸਾਹਿਬ ਕਿਰਪਾ ਕਰਕੇ ਇਦਾਂ ਹੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣ। ਆਓ ਸਾਧ ਸੰਗਤ ਜੀ, ਕੁਝ ਸਮੇਂ ਵਾਸਤੇ ਗੁਰੂ ਸਾਹਿਬ ਜੀ ਦੇ ਕੋਲ ਆਪਾਂ ਸਾਰੇ ਬੈਠੇ ਆ ਤੇ ਇਹ ਜੀਵਨ ਦੇ ਬੜੇ ਹੀ ਭਾਗਾਂ ਵਾਲੇ ਪਲ ਨੇ ਜਦੋਂ ਗੁਰੂ ਕੀ ਸੰਗਤ ਦਾ ਸਾਨੂੰ ਸਾਧ ਸੰਗਤ ਜੀਵਨ ਵਿੱਚ ਬਹਿਣ ਦਾ ਇਸ ਭਾਗਾ ਸਮਾਂ ਪ੍ਰਾਪਤ ਹੁੰਦਾ ਹੈ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੀਏ। ਜਿਹੜੀ ਸੰਗਤ ਮੌਜੂਦ ਹੈ ਧੰਨਵਾਦ ਹੈ, ਬਾਕੀ ਜਿਹੜੇ ਆਪੋ ਆਪਣੀ ਸੇਵਾ ਵਿੱਚ ਜੁੜੇ ਹੋਏ ਨੇ ਸਾਰੀ ਸੇਵਾ ਕਰਦੇ ਆ। ਸੁਰਤ ਨੂੰ ਜੋੜ ਕੇ ਸਾਰੇ ਕਰੋ ਬਖਸ਼ਿਸ਼, ਫਤਿਹ ਦੀ ਸਾਂਝ ਪਾਓ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਸਿੱਖ ਦੇ ਜੀਵਨ ਨੂੰ ਹਰ ਪੱਖ ਤੋਂ ਬੜਾ ਸੋਹਣਾ ਬਣਾਉਣ ਦਾ ਯਤਨ ਕੀਤਾ ਹੈ ਤੇ ਬਾਣੀ ਦੇ ਗਿਆਨ ਨੇ ਹਰ ਉਹ ਇਨਸਾਨ ਜਿਹੜਾ ਗੁਰੂ ਸਾਹਿਬ ਜੀ ਦੀ ਬਾਣੀ ਨਾਲ ਜੁੜਨਾ ਚਾਹੁੰਦਾ ਹੈ, ਜੁੜਦਾ ਹੈ, ਵਿਚਾਰ ਨੂੰ ਸੁਣਦਾ ਹੈ, ਸਮਝਦਾ ਹੈ ਤੇ ਜੀਵਨ ਦਾ ਉਹ ਨਵੇਕਲਾ ਗਿਆਨ ਉਹਨੂੰ ਪ੍ਰਾਪਤ ਹੁੰਦਾ ਜਿਹੜਾ ਬਾਹਰੀ ਤੌਰ ਤੇ ਸੰਸਾਰ ਦੀ ਵਿਦਿਆ ਵਿੱਚੋਂ ਨਹੀਂ ਮਿਲ ਸਕਦਾ। ਤੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਜਿਹੜੇ ਵੀ ਲੋਕ ਬਾਣੀ ਨਾਲ ਜੁੜੇ ਨੇ ਨਾ ਉਹਨਾਂ ਦੇ ਜੀਵਨ ਨੂੰ ਬਾਹਰੋਂ ਤੇ ਪ੍ਰਭਾਵਿਤ ਕੀਤਾ ਹੀ ਹੈ। ਬਾਹਰੀ ਤੌਰ ਤੇ ਉਹਨਾਂ ਦਾ ਜੀਵਨ ਸੰਸਾਰ ਤੋਂ ਅਲੱਗ ਹੋਇਆ ਹੀ ਹੈ। ਉਹਨਾਂ ਦੇ ਅੰਦਰ ਦੀ ਵਿਚਾਰ ਵੀ ਬੜੀ ਤਬਦੀਲ ਹੋ ਗਈ ਹੈ। ਜੇ ਇਦਾਂ ਕਹਿ ਲਈਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਿੱਖ ਦੇ ਜੀਵਨ ਨੂੰ ਸਿੱਖ ਦੇ ਜੀਵਨ ਦੇ ਕਿਰਦਾਰ ਨੂੰ ਘੜਿਆ ਤੇ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੋਵੇਗੀ। ਹਕੀਕਤ ਹੈ ਗੁਰੂ ਸਾਹਿਬ ਜੀ ਦੀ ਬਾਣੀ ਸਿੱਖ ਦੇ ਜੀਵਨ ਦੇ ਕਿਰਦਾਰ ਨੂੰ ਘੜਦੀ ਹੈ ਤੇ ਸਾਧ ਸੰਗਤ ਜੀਵਨ ਸਾਰੀ ਜੀ ਕੇ ਜਾਂਦੇ ਨੇ, ਪਰ ਸਾਹਿਬ ਜੀ ਦੀ ਬਾਣੀ ਨੇ ਕਿਹਾ ਜੀਵਨ ਉਹੀਓ ਸਫਲ ਹੈ ਜਿਹਦੇ ਵਿੱਚ ਇੱਕ ਸੋਹਣਾ ਕਿਰਦਾਰ ਲੁਕਿਆ ਹੁੰਦਾ ਹੈ, ਜਿਹਦੇ ਵਿੱਚ ਇੱਕ ਕਿਰਦਾਰ ਹੈ। ਜੇ ਜੀਵਨ ਵਿੱਚੋਂ ਕਿਰਦਾਰ ਮੁੱਕ ਜਾਵੇ ਨਾ ਤੇ ਸਾਹਿਬ ਜੀ ਦੀ ਬਾਣੀ ਨੇ ਫਿਰ ਉਹ ਜੀਵਨ ਨੂੰ ਜੀਵਨ ਨਹੀਂ ਕਿਹਾ, ਉਹ ਮਨੁੱਖਾ ਜਨਮ ਨੂੰ ਮਨੁੱਖਾ ਜਨਮ ਨਹੀਂ ਕਿਹਾ। ਸਰੀਰ ਬੰਦਿਆਂ ਵਾਲਾ ਹੋਵੇਗਾ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹੇਗੀ ਜਦੋਂ ਤੇਰੇ ਜ਼ਿੰਦਗੀ ਦੇ ਅੰਦਰੋਂ ਚੰਗਿਆਈ ਖਤਮ ਹੋ ਜਾਏਗੀ, ਜੀਵਨ ਦਾ ਕਿਰਦਾਰ ਡਿੱਗ ਪਵੇਗਾ ਸੱਜਣਾ, ਫਿਰ ਤੇਰਾ ਜੀਵਨ ਪਸ਼ੂਆਂ ਦੇ ਪਰਥਾਏ ਪਸ਼ੂਆਂ ਨਾਲ ਮਿਲਦਾ ਜੁਲਦਾ ਬਣ ਜਾਵੇਗਾ। ਜਿਹੜੀਆਂ ਹਰਕਤਾਂ ਪਸ਼ੂਆਂ ਦੀਆਂ ਹੋਣਗੀਆਂ ਉਹ ਹਰਕਤਾਂ ਤੇਰੇ ਵਿੱਚ ਆ ਜਾਣਗੀਆਂ। ਤਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸ਼ਬਦ ਵੀ ਕਿਹਾ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ। ਸਾਹਿਬ ਕਹਿੰਦੇ ਨੇ ਲੋਕੀ ਤੇ ਦਿਨ ਰਾਤ ਤੇ ਕੰਮ ਕਰਦੇ ਨੇ ਪਸ਼ੂਆਂ ਵਾਲੇ।
ਵੇਖਣ ਨੂੰ ਲੱਗਦਾ ਵੀ ਇਹ ਬੰਦਾ ਇਨਸਾਨ ਹੈ, ਪਰ ਉਹ ਜੀਵਨ ਵਿੱਚ ਕੰਮ ਐਸੇ ਕਰ ਜਾਂਦਾ ਹੈ, ਦੁਨੀਆ ਕਹਿੰਦੀ ਇਹ ਹੈ ਬੰਦਾ, ਪਰ ਇਹਦੀਆਂ ਕਰਤੂਤਾਂ ਪਸ਼ੂਆਂ ਵਾਲੀਆਂ ਨੇ, ਜਾਨਵਰਾਂ ਵਾਲੀਆਂ ਨੇ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਾਨੂੰ ਸਮਝਾਇਆ, ਕਹਿੰਦੇ ਨੇ ਕਿ ਆਪਣੇ ਜੀਵਨ ਵਿੱਚ ਜੇ ਤੈਨੂੰ ਰੱਬ ਨੇ ਬੰਦਾ ਬਣਾ ਕੇ ਭੇਜਿਆ ਨਾ, ਤੇ ਆਪਣੇ ਆਪ ਨੂੰ ਇਨਸਾਨ ਬਣਾਉਣ ਦਾ ਯਤਨ ਕਰ। ਇਹ ਚੇਤਾ ਰੱਖੋ, ਸਰੀਰ ਇਨਸਾਨਾਂ ਵਾਲਾ ਸਾਨੂੰ ਮਿਲ ਗਿਆ, ਪਰ ਸਾਡਾ ਦਿਮਾਗ ਦੀ ਸੋਚ, ਸਾਡੀ ਸੁਰਤ ਇਨਸਾਨਾਂ ਵਾਲੀ ਬਣ ਜੇ, ਇਹ ਗੁਰੂ ਕਿਰਪਾ ਕਰੇ ਤਾਂ ਹੀ ਹੈ। ਨਹੀਂ ਤੇ ਪਾਤਸ਼ਾਹ ਜੀ ਦੀ ਬਾਣੀ ਦੇ ਬਚਨ ਨੇ ਕਹਿੰਦੇ ਨੇ ਇਨਸਾਨਾਂ ਵਾਲੇ ਸਰੀਰ ਵਿੱਚ ਹਰਕਤਾਂ ਪਤਾ ਕਿੱਦਾਂ ਦੀਆਂ ਹੋ ਰਹੀਆਂ ਨੇ। ਕੁਦਮ ਕਰੇ ਪਸ਼ ਪੰਖੀਆਂ, ਦਿਸੈ ਨਾਹੀ ਕਾਲ, ਉਥੈ ਸਾਥ ਮਨੁੱਖ ਹੈ, ਫਾਥਾ ਮਾਇਆ ਜਾਲ। ਸ਼੍ਰੀ ਰਾਗ ਸਾਹਿਬ ਜੀ ਦੀ ਬਾਣੀ ਵਿੱਚ ਇਹ ਸ਼ਬਦ ਹੈ। ਮਹਾਰਾਜ ਕਹਿੰਦੇ ਨੇ ਕੁਦਮ, ਹਰਕਤਾਂ ਪਤਾ ਕਿੱਦਾਂ ਦੀਆਂ ਨੇ ਬੰਦੇ ਦੀਆਂ, ਪਸ਼ੂਆਂ ਵਾਲੀਆਂ, ਜਾਨਵਰਾਂ ਵਾਲੀਆਂ। ਸਾਧ ਸੰਗਤ, ਪਾਤਸ਼ਾਹ ਜੀ ਦੀ ਬਾਣੀ ਨੇ ਜਾਨਵਰਾਂ ਨਾਲ ਹਰਕਤਾਂ ਕਿਉਂ ਕਹੀਆਂ? ਕਿਉਂਕਿ ਹਕੀਕਤ ਇਹ ਹੈ, ਜਿੱਦਾਂ ਜਾਨਵਰ ਦੂਸਰੇ ਜਾਨਵਰ ਦਾ ਦੁੱਖ ਸੁੱਖ ਨਹੀਂ ਦੇਖਦਾ, ਉਹ ਸਿਰਫ ਆਪਣਾ ਫਾਇਦਾ ਦੇਖਦਾ, ਉਹ ਆਪਣੇ ਢਿੱਡ ਨੂੰ ਭਰਨਾ ਚਾਹੁੰਦਾ, ਉਹਦੇ ਵਾਸਤੇ ਕਿਸੇ ਦੇ ਸਰੀਰ ਨੂੰ ਵੱਢ ਕੇ ਖਾਏ ਜਾਂ ਕਿਸੇ ਕੋ ਖੋਹ ਕੇ ਖਾਏ, ਇਹ ਮਾਇਨਾ ਨਹੀਂ ਰੱਖਦਾ। ਉਹ ਕੇਵਲ ਤੇ ਕੇਵਲ ਆਪਣਾ ਪੇਟ ਭਰਨਾ ਚਾਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਕਹਿੰਦੇ ਨੇ ਬਾਣੀ ਦੇ ਵਿੱਚ, ਜੇ ਸਜਣਾ ਤੂੰ ਵੀ ਇਹ ਤਰੀਕੇ ਨਾਲ ਸੰਸਾਰ ਵਿੱਚ ਵਰਤਣ ਲੱਗ ਪਿਆ, ਕੇਵਲ ਆਪਣੇ ਆਪ ਦੀ ਤੈਨੂੰ ਚਿੰਤਾ ਹੋਈ, ਆਪਣੇ ਪੇਟ ਨੂੰ ਭਰਨ ਵਾਸਤੇ ਤੂੰ ਗਰੀਬਾਂ ਦਾ ਖੂਨ ਪੀਣ ਲੱਗ ਪਿਆ, ਲੋਕਾਂ ਦੇ ਹੱਕ ਮਾਰਨ ਲੱਗ ਪਿਆ, ਰੱਬ ਦੇ ਬਣਾਏ ਹਰਮੰਦਰ ਢਾਣ ਲੱਗ ਪਿਆ, ਤੇ ਸਜਣਾ ਫਿਰ ਤੇਰੇ ਵਿੱਚ ਤੇ ਪਸ਼ੂਆਂ ਵਿੱਚ ਕੋਈ ਫਰਕ ਨਹੀਂ ਹੈ। ਫਿਰ ਤੇਰੀ ਜ਼ਿੰਦਗੀ ਉਹ ਪਸ਼ੂਆਂ ਵਰਗੀ ਹੈ। ਤੇ ਕਈ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਪਸ਼ੂ ਦੀ ਜ਼ਿੰਦਗੀ ਨੂੰ ਬੰਦੇ ਦੀ ਜ਼ਿੰਦਗੀ ਤੋਂ ਵੀ ਸੋਹਣਾ ਦੱਸ ਦਿੱਤਾ। ਕਿਹੜੇ ਬੰਦੇ ਦੀ ਜ਼ਿੰਦਗੀ ਤੋਂ ਜੀ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੋ। ਪਾਤਸ਼ਾਹ ਜੀ ਨੇ ਕਿਹਾ, ਐ ਇਨਸਾਨ, ਐ ਸਾਕਤ ਇਨਸਾਨ, ਤੇਰੇ ਤੋਂ ਗਲੀ ਦੇ ਵਿੱਚ ਗੰਦ ਖਾਣ ਵਾਲਾ ਸੂਰ ਕਈ ਗੁਣਾ ਚੰਗਾ ਹੈ। ਕਬੀਰ ਸਾਹਿਬ ਜੀ ਦੇ ਬਚਨ ਨੇ। ਹੁਣ ਸਵਾਲ ਬਣੇਗਾ ਵੀ ਇਨਸਾਨ ਤੋਂ ਚੰਗਾ ਸੂਰ, ਇਹ ਕੀ ਬਾਣੀ ਦੀ ਗੱਲ ਹੈ? ਇਹਦੇ ਵਿੱਚ ਕੋਈ ਰਮਜ਼ ਹੈ? ਮਹਾਰਾਜ ਜੀ ਦੀ ਬਾਣੀ ਨੇ ਪੁੱਛੋ ਕਿ ਪਾਤਸ਼ਾਹ ਸੂਰ ਬੰਦੇ ਤੋਂ ਚੰਗਾ ਕਿਉਂ? ਤੇ ਰਹਿੰਦੀ ਗੰਦਗੀ ਵਿੱਚ ਹੈ, ਗੰਦਗੀ ਖਾਂਦਾ, ਗੰਦਗੀ ਨਾਲ ਲਿਬੜਿਆ ਰਹਿੰਦਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਨੇ, ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸਾਕਤ ਤੇ ਸੂਕਰ ਭਲਾ, ਰਾਖੈ ਆਸ਼ਾ ਗਾਉ। ਕਹਿੰਦੇ ਨੇ ਸਾਕਤ ਬੰਦੇ ਤੋਂ ਸੂਕਰ ਭਲਾ। ਸਾਕਤ ਕਿਹਨੂੰ ਕਹਿੰਦੇ ਨੇ? ਜਿਹੜਾ ਦਿੱਤੇ ਹੋਏ ਦਾ ਸ਼ੁਕਰਾਨਾ ਨਾ ਕਰੇ, ਅਕ੍ਰਿਤ ਕਣ ਬਣ ਕੇ ਜ਼ਿੰਦਗੀ ਗੁਜ਼ਾਰੇ। ਮਹਾਰਾਜ ਜੀ ਦੀ ਬਾਣੀ ਵਿੱਚ ਸ਼ਬਦ ਹੈ, ਕਹਿੰਦੇ ਨੇ ਸੂਰ ਤੇਰੇ ਤੋਂ ਚੰਗਾ ਤਾਂ ਹੈ ਜਿਸ ਨਗਰ ਵਿੱਚ, ਜਿਸ ਪਿੰਡ ਵਿੱਚ ਰਹਿੰਦਾ ਹੈ, ਘੱਟੋ ਘੱਟ ਉਸ ਪਿੰਡ ਵਿੱਚ ਰਹਿ ਕੇ ਗੰਦਗੀ ਨੂੰ ਸਾਫ਼ ਕਰਦਾ ਹੈ। ਸਜਣਾ, ਤੈਨੂੰ ਰੱਬ ਨੇ ਸਰੀਰ ਦਿੱਤਾ, ਤੂੰ ਫਿਰ ਵੀ ਮਨੁੱਖ ਨਾ ਬਣ ਸਕਿਆ। ਸਰੀਰ ਮਨੁੱਖਾਂ ਵਾਲਾ ਮਿਲ ਗਿਆ, ਪਰ ਕਿਰਦਾਰ ਤੇਰਾ ਮਨੁੱਖਾਂ ਵਾਲਾ ਨਾ ਬਣਿਆ। ਪਿਛਲੇ ਦਿਨੀ ਸਾਡੇ ਕੌਮ ਦੇ ਬੜੇ ਵੱਡੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਨਿਕਲਿਆ, ਤੇ ਸਿੱਖ ਕੌਮ ਨੇ ਬੜੀ ਸ਼ਰਧਾ ਨਾਲ, ਬੜੀ ਉੱਚੇ ਪੱਧਰ ਤੇ ਜਗ੍ਹਾ ਜਗ੍ਹਾ ਮਨਾਇਆ। ਉਹਨਾਂ ਦੇ ਜੀਵਨ ਦੇ ਵਿੱਚੋਂ ਮੈਂ ਇੱਕ ਘਟਨਾ ਕਹਿਣੀ ਚਾਹੁੰਦਾ। ਇਤਿਹਾਸ ਕਹਿੰਦਾ ਵੀ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਜਦੋਂ ਵਿਚਰਦੇ ਨੇ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਦੋਂ ਇੱਥੋਂ ਚੱਲਣ ਲੱਗੇ ਨੇ ਨਾ ਨੰਦੇੜ ਸਾਹਿਬ ਵਾਲੇ ਪਾਸੇ ਨੂੰ, ਤੇ ਮਹਾਰਾਜ ਜੀ ਨੇ ਕੁਝ ਸੇਵਾ ਲਾਈਆਂ ਸਨ ਬਾਬਾ ਦੀਪ ਸਿੰਘ ਜੀ ਨੂੰ। ਸਾਧ ਸੰਗਤ, ਜਿੱਥੇ ਬਾਣੀ ਲਿਖਣ ਦੀ ਸੇਵਾ ਲਾਈ, ਬਾਣੀ ਪੜ੍ਹਾਉਣ ਦੀ, ਗੁਰਮੁਖੀ ਸਿਖਾਉਣ ਦੀ ਸੇਵਾ ਲਾਈ, ਉੱਥੇ ਇੱਕ ਸੇਵਾ ਲਾਈ ਸੀ ਵੀ ਤੁਸੀਂ ਗਰੀਬ ਦੇ ਹਮਾਇਤੀ ਬਣਨਾ। ਤੁਹਾਡੇ ਸਾਹਮਣੇ ਜੇ ਜ਼ੁਲਮ ਹੋਵੇਗਾ, ਜ਼ੁਲਮ ਦੇ ਟੱਕਰ ਵਿੱਚ ਖਲੋਣਾ ਹੈ, ਧਰਮ ਵਾਲੇ ਪਾਸੇ ਜਾਣਾ ਹੈ। ਅਧਰਮੀਆਂ ਨੂੰ ਤੁਸੀਂ ਧਰਮ ਸਿਖਾਣਾ ਹੈ ਵੀ ਧਰਮ ਦਾ ਨੀਂਹ ਪੱਥਰ ਕੀ ਹੈ, ਧਰਮ ਕਿਸ ਬੁਨਿਆਦ ਤੇ ਖਲੋਤਾ ਹੈ। ਜਿਹੜੇ ਧਰਮੀ ਬੰਦੇ ਨੇ, ਧਰਮ ਦੀ ਦੁਰਵਰਤੋਂ ਕਰਦੇ ਨੇ, ਉਹਨਾਂ ਬੰਦਿਆਂ ਨੂੰ ਤੁਸੀਂ ਸਬਕ ਸਿਖਾਣਾ ਹੈ। ਤੇ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸ਼ਸਤਰ ਤੇ ਸ਼ਾਸਤਰ ਦੋਨਾਂ ਦੀ ਗੱਲ ਕੀਤੀ। ਜਦੋਂ ਬੰਦੇ ਨੂੰ ਸ਼ਾਸਤਰ ਨਾ ਸਮਝ ਆਏ ਤੇ ਬੜੀ ਚੰਗੀ ਗੱਲ, ਉਹਨੂੰ ਗਿਆਨ ਨਾ ਸਮਝਾਓ। ਜਿਹੜਾ ਬੰਦਾ ਸ਼ਾਸਤਰ ਨਾਲ ਨਹੀਂ ਸਮਝਦਾ, ਫਿਰ ਉਹਦੇ ਵਾਸਤੇ ਇੱਕ ਰਸਤਾ ਰਹਿ ਜਾਂਦਾ, ਉਹਨੂੰ ਸ਼ਸਤਰ ਨਾ ਸਮਝਾਓ। ਕਿਉਂਕਿ ਦੋ ਹੀ ਰਸਤੇ ਨੇ ਸਮਝਾਉਣ ਦੇ, ਜਾਂ ਸ਼ਾਸਤਰ ਜਾਂ ਸ਼ਸਤਰ। ਇਹ ਕਿਹਾ ਪਹਿਲਾਂ ਸ਼ਾਸਤਰ ਨਾ ਸਮਝਾਓ। ਜੇ ਕੋਈ ਗਿਆਨ ਦਾ ਨਹੀਂ ਸਮਝਦਾ, ਫਿਰ ਉਹਦੇ ਤੇ ਸ਼ਸਤਰ ਚੁੱਕਣਾ ਵਾਜਬ ਹੈ। ਤੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਕਹਿੰਦੇ ਨੇ ਆਪਣੀ ਬਾਣੀ ਅੰਦਰ ਮਹਾਰਾਜ ਜੀ ਨੇ ਇਸ਼ਾਰਾ ਵੀ ਕੀਤਾ ਹੈ। ਕਹਿੰਦੇ ਨੇ ਜਦੋਂ ਕੋਈ ਪਿਆਰ ਨਾ ਸਮਝੇ ਬੜੀ ਚੰਗੀ ਗੱਲ ਹੈ, ਪਰ ਜਦੋਂ ਕੋਈ ਪਿਆਰ ਨਾ ਸਮਝੇ, ਉਹਦੇ ਤੇ ਹੱਥ ਚੁੱਕਣਾ ਜਾਇਜ਼ ਜਾਂ ਨਜਾਇਜ਼ ਨਹੀਂ ਹੈ। ਮਹਾਰਾਜ ਜੀ ਨੇ ਕਿਹਾ, ਮੂਰਖ ਗੰਢ ਪਵੈ ਮੋਹ ਮਾਰ। ਜਦੋਂ ਕੋਈ ਬੰਦਾ ਤੁਹਾਡੀਆਂ ਗੱਲਾਂ ਨਾਲ, ਗਿਆਨ ਨਾਲ ਨਾ ਸਮਝੇ, ਫਿਰ ਉਹਦੇ ਮੂੰਹ ਤੇ ਚਪੇੜ ਮਾਰੋ, ਬੰਦੇ ਦੀ
ਟਿਕਾਣੇ ਆ ਜਾਏਗਾ। ਇਹ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ। ਤੇ ਤਾਈਓ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਕਹਿ ਗਏ ਨੇ, ਪੈ ਕਾਹੂ ਕੋ ਦੇਤ ਨਹਿ ਪੈ ਮਨ, ਤਾਂ ਸਿੱਖੀ ਦੀ ਬੁਨਿਆਦ ਹੈ। ਸਿੱਖ ਕਿਸੇ ਨੂੰ ਡਰਾਉਂਦਾ ਨਹੀਂ, ਪਰ ਜੇ ਕੋਈ ਚੜ ਕੇ ਆਉਂਦਾ ਫਿਰ ਉਹਨੂੰ ਦੱਸ ਦਿੰਦਾ ਵੀ ਅਸੀਂ ਚੂੜੀਆਂ ਨਹੀਂ ਪਾਈਆਂ, ਅਸੀਂ ਕਿਸੇ ਤੇ ਅਧਰਮ ਨਹੀਂ ਕਰਨਾ, ਪਰ ਜੇ ਕੋਈ ਸਾਡੇ ਧਰਮ ਤੇ ਆਏਗਾ ਚੜ ਕੇ ਫਿਰ ਉਹਨੂੰ ਅਸੀਂ ਦੱਸਾਂਗੇ, ਸਮਝਾਵਾਂਗੇ। ਸਾਧ ਸੰਗਤ ਕੇਵਲ ਸਿੱਖ ਨੇ ਆਪਣੇ ਵਾਸਤੇ ਨਹੀਂ, ਸਿੱਖ ਨਾਮ ਹੀ ਐਸਾ ਹੈ, ਖਾਲਸਾ ਨਾਮ ਹੀ ਐਸਾ ਹੈ ਜਿਹੜਾ ਆਪਣਿਆਂ ਦੀ ਤੇ ਬਾਹ ਫੜਦਾ ਹੈ। ਇਹਦੇ ਕੋਲ ਕੋਈ ਗੈਰ ਧਰਮ ਦਾ ਬੰਦਾ ਵੀ ਆ ਜੇ ਉਹਦੀ ਵੀ ਪੱਤ ਟੱਕਦਾ। ਖਬਰ ਮਿਲੀ ਕਿ ਅਬਦਾਲੀ ਦੀਆਂ ਫੌਜਾਂ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਗੁਲਾਮ ਬਣਾ ਕੇ ਲੈ ਕੇ ਜਾ ਰਹੀਆਂ। ਤੇ ਸਾਧ ਸੰਗਤ ਉਸ ਵਕਤ ਬਾਬਾ ਦੀਪ ਸਿੰਘ ਜੀ ਨੇ ਸਿੰਘਾਂ ਨਾਲ ਜਾਗ ਕਰਕੇ ਸਾਧ ਸੰਗਤ ਹੱਲਾ ਕੀਤਾ। ਇਹ ਹੱਲੇ ਅੱਧੀ ਰਾਤ ਨੂੰ ਹੁੰਦੇ ਸਨ। ਜਦੋਂ ਬਾਅਦ ਲੋਕਾਂ ਨੇ ਗੱਲ ਬਣਾ ਦਿੱਤੀ ਜੀ ਸਿੱਖਾਂ ਦੇ 12 ਵਜ ਗਏ। ਹਕੀਕਤ ਤੋਂ ਸ਼ਾਇਦ ਇਹ ਬੰਦੇ ਅਣਜਾਣ ਨੇ, ਜਿਹੜੇ ਬੰਦੇ ਮਜ਼ਾਕਾਂ ਕਰਦੇ ਨੇ ਉਹਨਾਂ ਨੂੰ ਪੁੱਛੋ 12 ਵਜੇ ਦਾ ਅਰਥ ਕੀ ਹੈ ਸੱਜਣਾ। ਜਦੋਂ ਤੁਹਾਡੇ ਧਰਮ ਦੀਆਂ ਧੀਆਂ ਭੈਣਾਂ ਨੂੰ ਕੋਈ ਚੁੱਕ ਕੇ ਲੈ ਕੇ ਜਾਂਦਾ ਸੀ ਨਾ, ਤੇ ਸਿੰਘ ਹੱਲਾ ਕਰਕੇ ਉਹਨੂੰ ਲਿਆਉਂਦੇ ਸਨ। ਕਿਹਾ ਜਾਂਦਾ ਸੀ ਵੀ ਸਿੱਖ ਅੱਧੀ ਰਾਤ ਨੂੰ ਆ ਕੇ ਪਏ ਨੇ, ਤੁਸੀਂ ਗੱਲ ਬਣਾਤੀ ਵੀ ਸਿੱਖਾਂ ਦੇ 12 ਵਜ ਗਏ। ਹਕੀਕਤ ਤੋਂ ਦੂਰ ਹੈ। ਹੁਣ ਕਿਤੇ ਸੋਚ ਕੇ ਵੇਖੋ, ਮੈਂ ਥੋੜਾ ਜਿਹਾ ਵਿਸ਼ਾ ਤਾਂ ਲਿਆ ਵੀ ਆ 4-5 ਦਿਨ ਪਹਿਲਾਂ ਨਾ ਦਿੱਲੀ ਦੇ ਵਿੱਚ ਇੱਕ ਬੜਾ ਵੱਡਾ ਕਾਂਡ ਹੋਇਆ। ਸ਼ਾਇਦ ਤੁਹਾਡੀ ਜਾਣਕਾਰੀ ਵਿੱਚ ਇਹ ਗੱਲ ਆਈ ਹੋਵੇ। 18 ਸਾਲ ਦੀ ਇੱਕ ਸਿੱਖ ਬੱਚੀ, ਸਾਧ ਸੰਗਤ ਹਿੰਦੂ ਧਰਮ ਦਾ ਇੱਕ ਮੁੰਡਾ ਹੈ। ਉਸ ਮੁੰਡੇ ਨੇ ਉਸ ਬੱਚੀ ਨੂੰ ਕਿਹਾ ਕਿ ਤੂੰ ਮੇਰੇ ਨਾਲ ਸ਼ਾਦੀ ਕਰ, ਤੇ ਸਾਡਾ ਧਰਮ ਵੀ ਇਜਾਜ਼ਤ ਨਹੀਂ ਦਿੰਦਾ। ਤੇ ਉਹ ਬੱਚੀ ਅਣਖ ਵਾਲੀ, ਉਹਨੇ ਮਨਾ ਕਰਤਾ ਕਿ ਨਹੀਂ ਮੈਂ ਤੇਰੇ ਨਾਲ ਸ਼ਾਦੀ ਨਹੀਂ ਕਰ ਸਕਦੀ। ਪਿਛਲੇ ਸਾਲ ਉਹ ਬੰਦਾ ਮਨਾਉਂਦਾ ਰਿਹਾ, ਉਹ ਹਿੰਦੂ ਬੱਚਾ, ਉਹ ਬੱਚੀ ਨਹੀਂ ਮੰਨੀ। ਤੇ ਸਾਧ ਸੰਗਤ ਹੱਕ ਹੈ, ਕੋਈ ਬੇਹੱਕੀ ਗੱਲ ਨਹੀਂ। ਉਹ ਬੱਚੀ ਨੇ ਕਿਹਾ ਵੀ ਨਹੀਂ ਇਹ ਨਹੀਂ ਮੈਂ ਕਰ ਸਕਦੀ। ਤੇ ਸਾਧ ਸੰਗਤ ਫਿਰ ਉਸ ਬੱਚੇ ਨੇ, ਸ਼ਾਇਦ ਉਹਦੇ ਦਿਮਾਗ ਵਿੱਚ ਕੀ ਹੈ, ਕਿਉਂਕਿ ਯੂਥ ਅੱਜ ਕੱਲ ਸੋਚਣ ਦੀ ਸ਼ਕਤੀ ਬਹੁਤ ਘਟਾ ਚੁੱਕੀ ਹੈ। ਸਾਡੇ ਅੰਦਰ ਵਿਕਾਰ ਐਸੇ ਹਾਵੀ ਹੋ ਗਏ ਨੇ, ਅਸੀਂ ਮਾਨਸਿਕਤਾ ਤੋਂ ਕੰਮ ਨਹੀਂ ਲੈਂਦੇ, ਛੇਤੀ ਨਾਲ ਫੈਸਲਾ ਕਰ ਲੈਂਦੇ ਆ। ਉਹਨੇ ਟ੍ਰੇਨ ਥੱਲੇ ਆ ਕੇ ਆਤਮ ਹੱਤਿਆ ਕਰ ਲਈ। ਹੁਣ ਉਸ ਹਿੰਦੂ ਪਰਿਵਾਰ ਦੇ ਜਿਹੜੇ ਮੈਂਬਰ ਸਨ, ਉਹਨਾਂ ਨੇ ਸੋਚਿਆ ਵੀ ਇਹ ਦੋਸ਼ ਸਿੱਧਾ ਉਸ ਬੱਚੀ ਦੇ ਸਿਰ ਤੇ ਹੈ ਜਿਹਦੇ ਕਰਕੇ ਸਾਡਾ ਬੱਚਾ ਇਹ ਖੁਦਕੁਸ਼ੀ ਕਰ ਗਿਆ। ਸਾਧ ਸੰਗਤ 4-5 ਦਿਨ ਪਹਿਲਾਂ ਨਾ ਉਹਨਾਂ ਪਰਿਵਾਰ ਵਾਲਿਆਂ ਨੇ ਸਾਰਿਆਂ ਨੇ ਰਲ ਕੇ, ਉਹ ਬੱਚੀ ਰਸਤੇ ਤੇ ਜਾ ਰਹੀ, ਉਹਦਾ ਪਿੱਛਾ ਕਰਕੇ ਉਹਨੂੰ ਜ਼ਬਰਦਸਤੀ ਫੜ ਲਿਆ, ਅਗਵਾ ਕੀਤਾ, ਟੈਂਪੂ ਵਿੱਚ ਰਿਕਸ਼ੇ ਵਿੱਚ ਬਿਠਾ ਕੇ ਆਪਣੇ ਘਰ ਵਿੱਚ ਲਿਆਏ ਤੇ ਉਹਦੇ ਨਾਲ ਉਹ ਬਦਸਲੂਕੀ ਕੀਤੀ ਗਈ। ਸਾਧ ਸੰਗਤ ਜਿਸ ਬਦਸਲੂਕੀ ਨੂੰ ਜ਼ੁਬਾਨ ਤੋਂ ਕਹਿਣ ਲੱਗਿਆ ਵੀ ਸੰਗ ਹੁੰਦੀ ਹੈ, ਉਸ ਬੱਚੀ ਨਾਲ ਸਾਧ ਸੰਗਤ ਉਹਦੀ ਇੱਜ਼ਤ ਨਾਲ ਖੇਡਿਆ ਗਿਆ। ਇੱਥੋਂ ਤੱਕ ਉਹਦੇ ਕੇਸ਼ ਕੱਟ ਦਿੱਤੇ ਗਏ। ਤੇ ਇੱਥੇ ਬਸ ਨਹੀਂ, ਉਹਦੇ ਬਾਅਦ ਉਸ ਬੱਚੀ ਦਾ ਮੂੰਹ ਕਾਲਾ ਕਰਕੇ ਗਲੇ ਵਿੱਚ ਜੁੱਤੀਆਂ ਦਾ ਹਾਰ ਪਵਾ ਕੇ ਤੇ ਦਿੱਲੀ ਦੀਆਂ ਗਲੀਆਂ ਵਿੱਚ ਫੇਰਿਆ ਗਿਆ। ਇੱਕ ਪਰਸੋਂ ਚੌਥ ਦੀ 3-4 ਪਹਿਲਾਂ ਦਿਨ ਦੀ ਘਟਨਾ, ਕੱਲ ਬੜੀ ਵਾਇਰਲ ਹੋ ਰਹੀ। ਤੇ ਸੱਚਮੁੱਚ ਜਦੋਂ ਇਹ ਗੱਲ ਸਾਧ ਸੰਗਤ ਅੱਖੀ ਜਦੋਂ ਇਹ ਘਟਨਾ ਦੇਖੀ ਨਾ, ਉਹ ਬੱਚੀ ਰੋ ਰਹੀ ਹੈ, ਤਰਲੇ ਕਰ ਰਹੀ ਹੈ। ਉਹਦੇ ਮੂੰਹ ਵਿੱਚ ਸਾਧ ਸੰਗਤ ਸ਼ੋਚ ਤੱਕ ਪਾਇਆ ਗਿਆ। ਇੰਨੀ ਦਰਿਦਰਤਾ ਉਸ ਬੱਚੀ ਤੇ, ਇੰਨਾ ਧਰਮ ਕਮਾਇਆ ਗਿਆ। ਤੇ ਖੁਦ ਉਹ ਔਰਤਾਂ, ਇੱਕ ਔਰਤ ਦੂਜੀ ਔਰਤ ਦਾ ਦੁੱਖ ਸਮਝਦੀ ਹੈ, ਇਹ ਲੋਕ ਕਹਿੰਦੇ ਸਨ। ਪਰ ਪਤਾ ਨਹੀਂ ਕਿੰਨੇ ਪੱਥਰ ਦਿਲ ਦੀਆਂ ਔਰਤਾਂ ਉਹਨਾਂ ਦੇ ਸਾਹਮਣੇ ਬੱਚੀ ਰੋ ਰਹੀ ਹੈ, ਹੱਥ ਜੋੜ ਰਹੀ ਹੈ, ਪਰ ਉਹ ਉਹਨੂੰ ਕੁੱਟਮਾਰ ਕਰ ਰਹੇ ਨੇ, ਉਹਦੇ ਗਲੇ ਵਿੱਚ ਜੁੱਤੀਆਂ ਪਾ ਰਹੇ। ਤੇ ਸਾਧ ਸੰਗਤ ਮੈਂ ਤਾਂ ਘਟਨਾ ਰੱਖੀ ਵੀ ਸ਼ਾਇਦ ਇਹ ਲੋਕ ਆਪਣੇ ਪਹਿਲੇ ਕੀਤੇ ਹੋਏ ਜਿਹੜੇ ਉਪਕਾਰ ਸਨ ਸਿੱਖ ਧਰਮ ਦੇ, ਉਹਨੂੰ ਅੱਜ ਭੁੱਲ ਚੁੱਕੇ ਨੇ। ਮੈਂ ਸਾਰਿਆਂ ਨੂੰ ਨਹੀਂ ਗੱਲ ਕਰ ਰਿਹਾ, ਨੈਗੇਟਿਵ ਨਹੀਂ ਹੋ ਰਿਹਾ, ਕੋਈ ਸਾਰੀ ਦੁਨੀਆ ਹੀ ਉਪਕਾਰ ਭੁੱਲ ਗਈ। ਬੜੇ ਨੇ ਅੱਜ ਵੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਪਕਾਰਾਂ ਨੂੰ ਯਾਦ ਰੱਖਦੇ ਨੇ, ਪਰ ਇਹ ਉਹੀਓ ਦਿੱਲੀ ਦੀ ਧਰਤੀ ਹੈ ਜਿਸ ਧਰਤੀ ਤੇ ਜਾ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣਾ ਸੀਸ ਭੇਟ ਕਰਦੇ ਨੇ। ਤੇ ਸਿਰਫ ਉਹਦੀ ਵਜ੍ਹਾ ਸੀ ਕਿ ਹਿੰਦੂ ਧਰਮ ਤੇ ਬਣੀ ਹੋਈ ਨੂੰ ਗੁਰੂ ਗੋ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ ਦੇ ਕਰਕੇ ਉਹਨਾਂ ਦੀ ਪੱਤ ਢੱਕੀ, ਧਰਮ ਦੀ ਰੱਖਿਆ ਕੀਤੀ। ਅੱਜ ਉਹੀਓ ਲੋਕ ਸਿੱਖ ਧਰਮ ਦੇ ਨਾਲ ਇੰਨੀ ਦੁਰਵਰਤੋਂ ਕਰਦੇ ਨੇ, ਉਹਨਾਂ ਦੀਆਂ ਬੱਚੀਆਂ ਨੂੰ ਫੜ ਕੇ ਬੇਪਤੀ ਕੀਤੀ ਜਾਂਦੀ ਏ। ਮੈਂ ਕਹਿੰਦਾ ਧਿਆਨ ਮਾਰ ਕੇ ਵੇਖੋ ਲੋਕੋ, ਇਤਿਹਾਸ ਫਰੋਲੋ। ਜਦੋਂ ਤੁਹਾਡੇ ਧਰਮ ਦੀਆਂ ਬੱਚੀਆਂ ਨੂੰ ਲੈ ਜਾਂਦੇ ਸਨ ਚੁੱਕ ਕੇ, ਤੇ ਤੁਸੀਂ ਰੱਖੜੀ ਬੰਨ ਕੇ ਕਹਿੰਦੀਆਂ ਸੋ ਸਾਡਾ ਭਰਾ ਸਾਡੀ ਰੱਖਿਆ ਕਰੇਗਾ, ਉਦਣ ਤੁਹਾਡਾ ਕੋਈ ਧਰਮੀ ਭਰਾ ਨਹੀਂ ਆਇਆ ਜੇ ਤੁਹਾਡੀ ਬਾਹ ਫੜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੇ ਫੜੀ ਸੀ, ਜਿਨ੍ਹਾਂ ਨੇ ਹੱਥ ਵਿੱਚ ਰੱਖੜੀਆਂ ਨਹੀਂ ਕੜੇ ਪਾਏ ਸਨ। ਉਹ ਸਮਾਂ ਐਸਾ ਸੀ ਜਦੋਂ ਕਿਸੇ ਦੇ ਘਰ ਵਿੱਚ ਧੀ ਬੱਤੀ ਦੀ ਇੱਜ਼ਤ ਤੇ ਬਣਦੀ ਸੀ, ਗੈਰ ਧਰਮ ਦੀਆਂ ਔਰਤਾਂ ਚਵਾਰੇ ਤੇ ਚੜ ਕੇ ਹੋਕਾ ਲਾਉਂਦੀਆਂ ਸਨ, ਸਹੀ ਵੇ ਸਹੀ ਰਨ ਬਸਰੇ ਨੂੰ ਗਈ ਬਚਾਈ ਵੇ ਬਾਬਾ ਪੱਗ ਵਾਲਿਆ।
ਤੇ ਉਦੋਂ ਗੁਰੂ ਕੇ ਲਾਲ ਜਾਂਦੇ ਸਨ। ਉਹ ਕਹਿੰਦੇ ਸਨ ਧੀ ਸਾਡੀ ਵੀ ਉਹੀ ਹੈ ਤੇ ਦੂਜੇ ਦੀ ਵੀ ਉਹੀ ਹੈ, ਸਾਡੀ ਨਜ਼ਰਾਂ ਵਿੱਚ ਧੀ ਹੈ। ਪਰ ਅੱਜ ਇਹ ਲੋਕ ਉਹ ਪਰਿਭਾਸ਼ਾ ਨੂੰ ਭੁਲਾ ਗਏ, ਅਕ੍ਰਿਤਕਣ ਬਣ ਗਏ। ਮਸਕੀਨ ਸਾਹਿਬ ਬੜੀ ਸੋਹਣੀ ਗੱਲ ਕਰਦੇ ਸਨ। ਉਹ ਸੁਣਾਉਂਦੇ ਸਨ, ਕਹਿੰਦੇ ਸਨ ਇੱਕ ਸਮਾਂ ਕੋਈ ਅੰਗਰੇਜ਼ ਬਾਹਰੋਂ ਘੁੰਮਣ ਵਾਸਤੇ ਹਿੰਦੁਸਤਾਨ ਦੀ ਧਰਤੀ ਤੇ ਆਇਆ, ਵੱਖਰੀ ਵੱਖਰੀ ਜਗ੍ਹਾ ਤੇ ਘੁੰਮਦਾ, ਕੈਮਰੇ ਨਾਲ ਫੋਟੋਆਂ ਖਿੱਚ ਰਿਹਾ, ਸੂਟ ਬੂਟ ਪਾਇਆ ਹੋਇਆ। ਅਚਾਨਕ ਇੱਕ ਨਦੀ ਦੇ ਕਿਨਾਰੇ ਉਹ ਫੋਟੋਆਂ ਖਿੱਚ ਰਿਹਾ ਹੈ ਤੇ ਕੋਈ ਹਿੰਦੂ ਪਰਿਵਾਰ, ਉਹਦਾ ਇੱਕ ਬੱਚਾ ਉਹ ਨਦੀ ਵਿੱਚ ਹੱਥ ਮੂੰਹ ਧੋਣ ਦੇ ਬਹਾਨੇ ਜਾਂਦਾ, ਉਹਦਾ ਪੈਰ ਤਿਲਕਦਾ, ਨਦੀ ਵਿੱਚ ਡਿੱਗਿਆ ਤੇ ਉਹ ਬੱਚਾ ਡੁੱਬਣ ਲੱਗ ਪਿਆ। ਜਦੋਂ ਬੱਚਾ ਡੁੱਬਣ ਲੱਗ ਪਿਆ, ਉਹਦੇ ਬਾਪੂ ਨੇ ਰੋਲਾ ਪਾਤਾ, ਮੇਰਾ ਕੱਲਾ ਕੱਲਾ ਪੁੱਤਰ ਡੁੱਬ ਕੇ ਮਰ ਜਾਏਗਾ, ਕੋਈ ਆਓ ਮੇਰੇ ਪੁੱਤਰ ਨੂੰ ਬਾਹਰ ਕੱਢੋ। ਹੁਣ ਅੰਗਰੇਜ਼ ਬੰਦਾ ਜਿਹਨੇ ਪਤਾ ਨਹੀਂ ਕਿੱਥੋਂ ਕਿੱਥੋਂ ਫੋਟੋਆਂ ਖਿੱਚੀਆਂ ਨੇ, ਸੂਟ ਬੂਟ ਪਾਇਆ, ਬੈਗ ਮੋਢੇ ਤੇ ਆ ਉਹਦੇ, ਉਹਨੇ ਉਸੇ ਸਮੇਂ ਉਸੇ ਹਾਲਾਤ ਵਿੱਚ ਨਦੀ ਵਿੱਚ ਛਾਲ ਮਾਰੀ ਤੇ ਸਾਧ ਸੰਗਤ ਤੋਂ ਬੱਚੇ ਨੂੰ ਕੱਢ ਕੇ ਬਾਹਰ ਲੈ ਕੇ ਆਇਆ। ਜਦੋਂ ਬੱਚਾ ਬਾਹਰ ਆਇਆ ਨਾ, ਬੱਚੇ ਨੂੰ ਕੱਢ ਕੇ ਬਾਹਰ ਲਿਆਂਦਾ, ਉਸ ਬਾਪ ਨੇ ਆਪਣੇ ਪੁੱਤਰ ਦਾ ਮੂੰਹ ਚੁੰਮਿਆ, ਆਪਣੇ ਗਲੇ ਨਾਲ ਲਾਇਆ ਤੇ ਸਾਧ ਸੰਗਤ ਪੁੱਤਰ ਨੂੰ ਲੈ ਕੇ ਚਲਿਆ ਗਿਆ। ਕੋਲ ਇੱਕ ਸਿੱਖ ਵਿਦਵਾਨ ਖਲੋਤਾ ਸੀ, ਉਹਨੇ ਅੰਗਰੇਜ਼ ਵੱਲ ਵੇਖਿਆ ਤੇ ਅੰਗਰੇਜ਼ ਬੰਦੇ ਦੇ ਚਿਹਰੇ ਤੇ ਸ਼ਿਕਵਾ ਆ ਗਿਆ। ਉਹਨੇ ਪੁੱਛਿਆ, ਕਹਿੰਦੇ ਨੇ ਤੂੰ ਕਿਸੇ ਦੀ ਜਾਨ ਬਚਾਈ ਹੈ, ਤੈਨੂੰ ਤੇ ਖੁਸ਼ ਹੋਣਾ ਚਾਹੀਦਾ ਤੇ ਤੇਰੇ ਚਿਹਰੇ ਤੇ ਸ਼ਿਕਵਾ ਆ ਗਿਆ, ਕੀ ਕਾਰਨ? ਉਸ ਅੰਗਰੇਜ਼ ਨੇ ਕੋਈ ਗੱਲ ਕਹੀ, ਕਹਿੰਦਾ ਵੀ ਸਾਡੇ ਦੇਸ਼ ਵਿੱਚ ਨਾ ਜੇ ਕਿਸੇ ਦਾ ਰੁਮਾਲ ਡਿੱਗ ਪਏ, ਅਸੀਂ ਉਹ ਵੀ ਚੁੱਕ ਕੇ ਫੜਾ ਦਈਏ ਤੇ ਅੱਗੋਂ ਬੰਦਾ ਥੈਂਕ ਯੂ ਧੰਨਵਾਦ ਕਹਿੰਦਾ ਹੈ। ਪਤਾ ਨਹੀਂ ਕੈਸਾ ਬੰਦਾ, ਮੈਂ ਇਹਦੇ ਕੱਲੇ ਇਕਲੌਤੇ ਪੁੱਤਰ ਨੂੰ ਮੌਤ ਦੇ ਮੂੰਹ ਚੋਂ ਬਚਾ ਕੇ ਲਿਆਇਆ, ਧੰਨਵਾਦ ਕਹਿਣਾ ਤੇ ਦੂਰ ਇਹਨੇ ਮੇਰੇ ਵੱਲ ਪਰਤ ਕੇ ਵੀ ਨਹੀਂ ਵੇਖਿਆ। ਹੁਣ ਉਸ ਵਿਦਵਾਨ ਨੇ ਇੱਕ ਜਵਾਬ ਦਿੱਤਾ, ਕਹਿੰਦਾ ਸੱਜਣਾ ਤੂੰ ਕਿਹੜੀਆਂ ਗੱਲਾਂ ਭਾਲ ਲੈ, ਓਏ ਤੂੰ ਤੇ ਇੱਕ ਦੀ ਜਾਨ ਬਚਾਈ ਤੇ ਧੰਨਵਾਦ ਦੀ ਉਮੀਦ ਰੱਖਣਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸਾਰੀ ਕੌਮ ਨੂੰ ਆਪਣਾ ਸੀਸ ਵਾਰ ਗਏ, ਨਾ ਕਦੀ ਉਹਦਾ ਧੰਨਵਾਦ ਨਹੀਂ ਕੀਤਾ, ਤੇਰਾ ਧੰਨਵਾਦ ਕਿੱਥੋਂ ਕਰਾਂ? ਤੇ ਅੱਜ ਉਹ ਦਿਨ ਹੋ ਰਿਹਾ, ਉਹ ਸਮਾਂ ਚੱਲ ਰਿਹਾ। ਸਿੱਖ ਧਰਮ ਦੇ ਲੋਕ ਜਿਹੜੇ ਕਿਸੇ ਦੇ ਬਣੀ ਹੋਈ ਆਈ ਹੋਈ ਮੁਸੀਬਤ ਨੂੰ ਟਾਕਰਾ ਦਿੰਦੇ ਨੇ, ਆਪਣੀ ਕੁਰਬਾਨੀ ਦੇ ਦਿੰਦੇ ਨੇ, ਪਰ ਕਿਸੇ ਧਰਮ ਦੀ ਬੱਚੀ ਦੀ ਇੱਜ਼ਤ ਰੁਲਣ ਨਹੀਂ ਦਿੰਦੇ। ਅੱਜ ਉਹਨਾਂ ਦੀਆਂ ਬੱਚੀਆਂ ਦੀ ਇੱਜ਼ਤ ਸ਼ਰੇ ਬਾਜ਼ਾਰ ਰੋਲੀ ਜਾ ਰਹੀ ਹੈ ਤੇ ਇੱਕ ਵੀ ਨਹੀਂ ਉੱਠ ਰਿਹਾ ਜਿਹੜਾ ਹਾਂ ਦਾ ਨਾਰਾ ਮਾਰ ਕੇ ਕਹੇ ਵੀ ਇਹ ਗਲਤ ਹੋ ਰਿਹਾ। ਇਹ ਸਭ ਕੁਝ ਕਿੱਥੇ ਅੱਜ ਦੇ ਸਮੇਂ ਵਿੱਚ ਹੋ ਰਿਹਾ। ਤੇ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਮੇਂ ਨਾ, ਜਿਸ ਵਕਤ ਸਿੱਖਾਂ ਨੇ ਰੰਗਣਾ ਦੇ ਸਾਧ ਸੰਗਤ ਪਰਿਵਾਰ ਦੀ ਇੱਕ ਬੱਚੀ ਨੂੰ ਲੈ ਆਂਦਾ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਇਤਿਹਾਸ ਗੁਰਪ੍ਰਤਾਪ ਸੂਰਤ ਗ੍ਰੰਥ ਵਿੱਚ ਇਹ ਘਟਨਾ ਦਰਜ ਹੈ ਬਿਲਕੁਲ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਾਹਮਣੇ ਜਦੋਂ ਬੱਚੀ ਨੂੰ ਲੈ ਕੇ ਆਏ, ਮਹਾਰਾਜ ਜੀ ਨੇ ਪੁੱਛਿਆ, ਕਹਿੰਦੇ ਨੇ ਵੀ ਇਹ ਬੱਚੀ ਕੌਣ ਹੈ? ਸਿੱਖਾਂ ਨੇ ਜਵਾਬ ਦਿੱਤਾ, ਪਾਤਸ਼ਾਹ ਇਹ ਤੁਰਕਾਨੀ ਹੈ, ਇਹ ਰੰਗਣਾ ਦੇ ਖਾਨਦਾਨ ਦੀ ਹੈ। ਤੇ ਮਹਾਰਾਜ ਜੀ ਨੇ ਕਿਹਾ ਇਹਨੂੰ ਕਿਉਂ ਲੈ ਕੇ ਆਏ ਹੋ? ਉਹ ਸਿੱਖਾਂ ਨੇ ਜਵਾਬ ਦਿੱਤਾ, ਕਹਿੰਦੇ ਪਾਤਸ਼ਾਹ ਰੰਗੜ ਜਿਹੜੇ ਨੇ ਜਦੋਂ ਅਨੰਦਪੁਰ ਸਾਹਿਬ ਵੱਲ ਸੰਗਤ ਦਰਸ਼ਨ ਕਰਨ ਹੁੰਦੀ ਹੈ ਤੇ ਇਹ ਬੰਦੇ ਸਿੱਖਾਂ ਦੀਆਂ ਬੱਚੀਆਂ ਨੂੰ ਉਹਨਾਂ ਦੀ ਇੱਜ਼ਤ ਖਰਾਬ ਕਰਨਾ ਚਾਹੁੰਦੇ ਨੇ, ਹਿੰਦੂਆਂ ਘਰਾਣਿਆਂ ਦੀਆਂ ਬੱਚੀਆਂ ਵਾਲੇ ਪਾਸੇ ਮਾੜੀ ਨਿਗਾਹ ਨੂੰ ਵੇਖ ਕੇ ਉਹਨਾਂ ਵੱਲ ਜਾਂਦੇ ਨੇ, ਤੇ ਜੇ ਉਹ ਇਦਾਂ ਕਰਦੇ ਨੇ ਅਸੀਂ ਵੀ ਉਹਨਾਂ ਨਾਲ ਇਦਾਂ ਹੀ ਕਰਾਂਗੇ, ਉਹਨਾਂ ਨੂੰ ਜਵਾਬ ਮਿਲ ਜਾਵੇਗਾ। ਉਸ ਵਕਤ ਮਹਾਰਾਜ ਰੋਸ਼ ਵਿੱਚ ਆ ਗਏ। ਸਾਹਿਬ ਜੀ ਨੇ ਇੱਕ ਗੱਲ ਕੀ ਕਹਿੰਦੇ ਨੇ, ਬਿਲਕੁਲ ਨਹੀਂ ਸਿੱਖਾ, ਇਹ ਕੰਮ ਤੂੰ ਬਿਲਕੁਲ ਨਹੀਂ ਕਰਨਾ, ਜਿੱਦਾਂ ਸਾਡੀ ਧੀ ਹੈ ਉਦਾਂ ਹੀ ਇਹ ਧੀ ਹੈ, ਜਾਓ ਸਤਕਾਰ ਦੇ ਨਾਲ ਇਹਨੂੰ ਵਾਪਸ ਕਰਕੇ ਆਓ। ਤੇ ਸਿੱਖਾਂ ਨੇ ਪੁੱਛਿਆ ਕਿ ਪਾਤਸ਼ਾਹ ਉਹ ਤੇ ਸਾਡੇ ਨਾਲ ਇਦਾਂ ਕਰਨ, ਜੇ ਅਸੀਂ ਉਹਨਾਂ ਦੀ ਧੀ ਭੈਣ ਦੀ ਇਦਾਂ ਇੱਜ਼ਤ ਨਾਲ ਖੇਡਾਂਗੇ ਤੇ ਉਹਨਾਂ ਨੂੰ ਬਦਲੇ ਦਾ ਸਬਕ ਮਿਲ ਜਾਏਗਾ। ਸਿੱਖਾਂ ਦੇ ਸ਼ਬਦ ਸਨ, ਇਤਿਹਾਸ ਕਹਿੰਦਾ ਪੁੰਨ ਬੁੱਝਣ ਸਿੰਘਨ ਗੁਣ ਖਾਨੀ, ਸਗਲ ਤੁਰਕ ਭੁਗਵੈ ਹਿੰਦਵਾਨੀ, ਸਿੱਖ ਬਦਲਾ ਲੈ ਭਲਾ ਜਣਾਵੇ, ਗੁਰ ਸ਼ਾਸਤਰ ਕਿਉਂ ਬਰਜ ਹਟਾਵੇ। ਕਹਿੰਦੇ ਨੇ ਜਦੋਂ ਸਿੱਖ ਬਦਲਾ ਲੈ ਕੇ ਭਲਾ ਕਰਨਾ ਚਾਹੁੰਦਾ ਤੇ ਗੁਰੂ ਤੇ ਸਾਡਾ ਧਰਮ ਗ੍ਰੰਥ ਸ਼ਾਸਤਰ ਸਾਨੂੰ ਵਰਜਦਾ ਕਿਉਂ ਹੈ? ਅੱਗੋਂ ਗੁਰੂ ਗੋਬਿੰਦ ਸਿੰਘ ਨੇ ਜਵਾਬ ਦਿੱਤਾ, ਸਿੱਖੋ ਉਹ ਗੱਲ ਸਿੱਖਾਂ ਨੇ ਅੱਜ ਵੀ ਸਾਂਭ ਕੇ ਰੱਖੀ। ਮਹਾਰਾਜ ਕਹਿੰਦੇ ਨੇ ਸੁਣ ਬੋਲੇ ਸਤਿਗੁਰ ਤਿਸ ਬੇਰੇ, ਹਮਲੇ ਜਾਨੋ ਪੰਥ ਉਚੇਰੇ। ਕਹਿੰਦੇ ਨੇ ਮੈਂ ਆਪਣੇ ਖਾਲਸਾ ਪੰਥ ਨੂੰ ਉੱਚਾ ਲੈ ਕੇ ਜਾਣਾ ਹੈ ਤੇ ਚੇਤਾ ਰੱਖੋ ਕੋਈ ਵੀ ਧਰਮ ਉੱਚਾ ਉਦੋਂ ਉੱਠਦਾ ਜਦੋਂ ਉਹ ਕਿਰਦਾਰ ਨੂੰ ਸਾਂਭਣ ਦੀ ਜਾਚ ਸਿੱਖ ਲੈਂਦਾ। ਤੇ ਸਿੱਖੋ ਮੈਂ ਇਸ ਧਰਮ ਨੂੰ ਉੱਚਾ ਚੁੱਕਣਾ ਹੈ, ਇਸ ਕਰਕੇ ਬਿਲਕੁਲ ਇਹ ਕੰਮ ਸਿੱਖਾਂ ਨੇ ਨਹੀਂ ਕਰਨਾ। ਤੇ ਸਾਧ ਸੰਗਤ ਗੁਰੂ ਕੇ ਸਿੱਖਾਂ ਨੇ ਉਸ ਗੱਲ ਨੂੰ ਹਮੇਸ਼ਾ ਲਈ ਕਮਾਇਆ। ਕੇਵਲ ਇਹ ਘਟਨਾ ਪਹਿਲੇ ਸਮੇਂ ਵਿੱਚ ਨਹੀਂ, ਅੱਜ ਵੀ ਗੁਰੂ ਕੇ ਸਿੱਖਾਂ ਨੇ ਉਦਾਹਰਨਾਂ ਦਿੱਤੀਆਂ ਸਮਾਜ ਨੂੰ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵਕਤ ਸਿੱਖਾਂ ਨੂੰ ਉਪਦੇਸ਼ ਦਿੱਤਾ, ਸਿੱਖਾਂ ਨੇ ਅੱਜ ਵੀ ਪੱਲੇ ਬੰਨ੍ਹਿਆ। ਪਰ ਸਾਧ ਸੰਗਤ ਇਹ ਮੈਂ ਕਹਿੰਦਾ ਹਿੰਦੁਸਤਾਨ ਦੇ ਭਾਗ ਸ਼ਾਇਦ ਮਾੜੇ ਨੇ,
इस धरती वास्ते गुरु पीरां ने वड्डियां कुर्बानियां कीतियां, पर ये लोग अकृतकण बन के सारियां कुर्बानियां नूं भुला के बैठ गए। अज पिछले समय जदों बांग्लादेश का जंग होया ना पाकिस्तान दे नाल, रशा राय ते एक किताब है, उहदे विच एक बड़ी प्यारी घटना हुंदी है। कहंदे ने जंग होया ते यह खबर न्यूयॉर्क टाइम अखबार निकलदा है, न्यूयॉर्क देश, उत्थे साध संगत उस अखबार ने घटना नूं छापिया सी। वो लेखक उस वक्त मौजूद है उत्थे जिथे जंग होया। कहंदे ने जंग समाप्त होया, बड़ा जिहा खून खराबा होया ते बांग्लादेश भी पाकिस्तान का हिस्सा सी, इधर भी मुसलमान उधर भी मुसलमान। कहंदे ने जंग समाप्त होया, वो लेखक पड़चोल कर रहा है, सारा जंग का वेरवा देख रहा। की देखदा, उस वक्त जीप दे विच एक मुसलमान औरत हुंदी है, उन्हें नकाब पाया, पर्दा ढकिया, हथ विच उहदे फुल्लां दा हार है। साध संगत वो गई सामने एक सरदार, क्योंकि हिंदुस्तान की फौज ने भी उहदे विच हिस्सा लिया सी बांग्लादेश वाले पासे। हिंदुस्तान की फौज का वो सरदार गुरु का सिख वर्दी विच खलोता है, कोल उन्हें बंदूक फड़ी है। वो औरत गई, उन्हें जाके अपना नकाब चुकिया, चेहरे तो नकाब हटाया ते जिहड़ा फुल्लां दा हार सी ना वो सिख दे गले विच पा दिता। ते साध संगत तो लेखक बंदा उहदे कोल रहा ना गया, उन्हें जाके पुछ लिया, कहंदा मैनूं जिन्नी कि तुहाडे धर्म की जानकारी है, तुसीं अपने मर्द तो इलावा किसी गैर मर्द अगे अपना नकाब नहीं चुकदियां, पर तुसीं मुसलमान ए सिख तुसीं इहदे अगे नकाब चुकिया, इहदे गले विच हार पाया, की कारण? साध संगत उस मुसलमान औरत ने एक गल कही, कहंदी ए हकीकत तुहानूं दस्सां, भावें ए मेरा खून करके रिश्ते करके भरा नहीं, पर इन्हां ने काम वो कीता जिहड़ा कि भैन दा भरा दा फर्ज निभदा। वो कहंदा की काम कीता? वो मुसलमान औरत दसदी, कहंदी जदों पाकिस्तान फौज दे मुसलमान जिहड़े साडे धर्म दे वीर लगदे सन ना, धार्मिक वीर सन, उन्हां मुसलमानां ने आके साडे घर विच आके धीआं भैणां दी इज्जत लुटनी शुरू कर दित्ती। वो इज्जत ना खेडन लग पे। कहंदे ने उस वक्त कुर्बान जावां मैं गुरु गोबिंद सिंह दे सिखां तो, ये सिख फौजी साडे भरा बन के आए, साडे नगेज नूं इन्हां ने ढकण वास्ते अपने सिरां दीआं दस्तारां दे कपड़े खोल के पा दित्ते, साडा नगेज ढकिया, इस करके असीं इन्हां दे सामने नकाब चुक के ते इन्हां दे गले विच हार पा रहे हां, क्योंकि सानूं अपने धर्म दे लोकां तो खतरा है। पता है गुरु गोबिंद सिंह दा सिख जिथे खलो जे उहदे तो किसी नूं खतरा नहीं हो सकदा। ये साडा किरदार सी जो उदों घड़िया गया। ये मैं तां अर्ज कीती, अज ये सब कुछ लोक दुनिया भुला के बैठी है। भावां मैं कहना हर धर्म विच सारे बुरे नहीं, सारे चंगे भी नहीं, साडे विच भी ने दस्तारा बन के पाप करन वाले, पर चंगे भी बड़े ने। पर वो लोग जिन्हां ने गुरु गोबिंद सिंह जी के परिवार की कीती हुई कुर्बानी नूं भुला के अकृतकण बन चुके ने, एहसान फरामोश बन चुके ने, वो लोग किते इतिहास के पिछोकड़ नूं फरोलन ते साध संगत उन्हां नूं पता लग सके उन्हां उत्ते गुरु नानक साहिब जी के घर की किन्नी किरपा हुई, जिहड़ा उन्हां दा धर्म अज चल रहा है। गुरु साहिब किरपा करन, दिते हुए समय की समाप्ति है जी। मेरे तो बाद मौजूदा कथावाचक इस स्थान के सत्कारयोग वीर हरदीप सिंह जी 20 मिनट वास्ते आप जी नूं गुरु शब्द की विचारना जोड़नगे। दास इत्थे खिमा दा जाचक, एक नहीं अनेकां भुल्लां होईयां, धन श्री गुरु नानक पातशाह गुरु ग्रंथ साहिब महाराज गुरु की संगत बख्शण योग है। धन्नवाद गुरु ग्रंथ साहिब जी दा, आप संगतां दा, बाबा गुरजन सिंह जी दा, मौजूदा सेवक जो सेवा चला रहे ने, कार सेवा के सारे सेवादारां महापुरखां दा, जिन्हां दे सहयोग नाल बड़े सोहणे प्रोग्राम उलीके जांदे ने। आप संगतां दर्शन दिदारे करदे हो। आओ फतेह दी सांझ पाओ जी। वाहिगुरू जी का खालसा, वाहिगुरू जी की फतेह।